केले निकट जोबे। केले निकट जोबे, केले निकट जोबे। केले निकट जोबे, केले निकट जोबे। मारी मरूं कुसंग की, कबीर मारी मरूं कुसंग की। केले निकट जोबे, केले निकट जोबे। मारी मरूं कुसंग की, मारी मरूं कुसंग। कबीर मारी मरूं कुसंग, कबीर मारी मरूं कुसंग। केले निकट जोबे, केले निकट जोबे। ओ चूल्हे ओ चीरिए, ओ चूल्हे ओ चीरिए। ओ चूल्हे ओ चीरिए, ओ चूल्हे ओ चीरिए। साकत संग लाए, हाँ साकत संग लाए, साकत संग लाए। साकत संग नाहे, केले निकट जोबे, केले निकट जोबे। केले निकट जोबे, केले बे।
कबीर मारी मरूं संगी। केले निकट जो केले निकट केले निकट जो केले निकट जो ओ चूल्हे ओ चीरिए ओ चूल्हे ओ चीरिए ओ चूल्हे ओ चूल्हे ओ चूल्हे ओ चीरिए साकत संग नाहे साकत संग नाहे साकत संग नाहे साकत संग केले निकट जो 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 केले निकट केले निकट जो केले निकट जो केले निकट जो कबीर मारी मरूं कुसंग की केले निकट जो प्यारी साध संगत जी, ਅਸੀਂ ਸਭ ਜਾਣਦੇ ਹਾਂ ਕਿ ਅਸੀਂ ਅੱਜ ਕਿਸ ਪੱਖੋਂ ਇਕੱਤਰ ਹੋਏ ਹਾਂ। ਅਸੀਂ ਆਪਣੇ ਮਨ ਨੂੰ, ਆਪਣੇ ਸੁਭਾਅ ਨੂੰ ਰੱਬੀ ਰੰਗ ਭਾਵ ਰੱਬੀ ਗੁਣ ਦੇਣ ਵਾਸਤੇ ਇਕੱਤਰ ਹੋਏ ਹਾਂ। ਸਾਲ 'ਚ 365 ਦਿਨ ਹੁੰਦੇ ਨੇ ਔਰ 370 ਦਿਵਸ ਹੁੰਦੇ ਨੇ। ਅਸੀਂ ਕੋਈ ਦਿਵਸ ਨਹੀਂ ਮਨਾਉਣਾ। ਅਸੀਂ ਇਕੱਤਰ ਹੋਏ ਹਾਂ
ਆਪਣੇ ਜੀਵਨ ਨੂੰ ਪਲੇਰੀ ਰੁੱਤ ਬਣਾਉਣ ਵਾਸਤੇ। ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਪਲੇਰੀ ਰੁੱਤ। ਤੁਸੀਂ ਜਿਹੜਾ ਮਰਜ਼ੀ ਦਿਨ ਮਨਾਓ, ਜਿਹੜੀ ਮਰਜ਼ੀ ਰੁੱਤਾਂ ਮਨਾਓ, ਜੇ ਮੇਰਾ ਮਨ ਰੱਬੀ ਰੰਗ ਨੂੰ ਨਹੀਂ ਲੈਂਦਾ ਤੇ ਸਭ ਦਿਨ ਮਨਾਏ ਇੱਕ ਪਾਖੰਡ ਹੋ ਕੇ ਨਿਬੜ ਜਾਂਦੇ ਨੇ। ਪਰ ਮੇਰਾ ਹਰ ਦਿਨ ਨਵਾਂ, ਹਰ ਦਿਨ ਰੱਬੀ ਰੰਗ, ਹਰ ਦਿਨ ਰੱਬੀ ਗੁਣ, ਹਰ ਦਿਨ ਨਵਾਂ ਸਾਲ, ਹਰ ਦਿਨ ਨਵਾਂ ਜਨਮ, ਹਰ ਦਿਨ ਸਦੀਆਂ ਸਦੀਆਂ ਕਈ ਸੌ ਸਾਲ, ਉਹਨੂੰ ਕਹਿੰਦੇ ਨੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਬਜਾਏ ਇਸ ਦੇ ਕਿ 300 ਸਾਲ ਗੁਰੂ ਦੇ ਨਾਲ। ਅਸੀਂ ਕੋਈ ਦਿਨ ਨਹੀਂ ਮਨਾ ਰਹੇ, ਅਸੀਂ ਉਹ ਸਫਲ ਘੜੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਵਿੱਚ ਸਦੀਆਂ ਤੱਕ ਮੇਰਾ ਮਨ ਇਟਰਨਲ ਬਣ ਜਾਏ। ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੂਆ। ਅੱਜ ਮੈਨੂੰ ਹੁਕਮ ਹੋਇਆ ਕਿ ਵੀਰ ਜੀ ਨੌਜਵਾਨਾਂ ਨਾਲ ਜ਼ਿਆਦਾ ਵਿਚਾਰ ਸਾਂਝ ਕੀਤੀ ਜਾਏ। ਸਵੇਰੇ ਮੇਰੇ ਵੀਰ ਮਹਿੰਦਰਪਾਲ ਜੀ ਨੇ ਮੈਨੂੰ ਕਿਹਾ ਕਿ ਤੁਸੀਂ ਅੱਜ ਦੇ ਟੌਪਿਕ ਵਿੱਚ ਨੌਜਵਾਨਾਂ ਨੂੰ ਹੀ ਫੋਕਸ ਕਰੋ। ਬਾਣੀ ਸਾਰਿਆਂ ਵਾਸਤੇ ਹੁੰਦੀ ਹੈ ਅਤੇ ਨੌਜਵਾਨਾਂ ਨੂੰ ਅਸੀਂ ਫੋਕਸ ਇਸ ਕਰਕੇ ਕਰ ਰਹੇ ਹਾਂ ਕਿ ਨੌਜਵਾਨ ਆਪਣੀ ਕੌਮ ਦਾ, ਨੌਜਵਾਨ ਆਪਣੇ ਦੇਸ਼ ਦਾ, ਨੌਜਵਾਨ ਇਸ ਪਲੈਨੇਟ ਦਾ ਫਿਊਚਰ ਹੁੰਦਾ ਹੈ। ਸੋ ਅਸੀਂ ਆਪਣੇ ਆਪ ਨੂੰ, ਭਾਵੇਂ ਅਸੀਂ ਬਜ਼ੁਰਗ ਹੋਈਏ, ਬੁੱਢੇ ਹੋਈਏ, ਜੋ ਮਰਜ਼ੀ ਹੋਈਏ, ਅਸੀਂ ਕੋਸ਼ਿਸ਼ ਕਰਨੀ ਹੈ ਕਿ ਅਸੀਂ ਅੱਜ ਦੇ ਟੌਪਿਕ 'ਚੋਂ ਆਪਣੇ ਮਨ ਨੂੰ ਸੱਚ ਦੀ ਰੰਗਤ ਦੇਣ ਵਾਲਾ ਟੌਪਿਕ ਆਪਣੇ ਆਪ ਨੂੰ ਸਮਝਾਉਣ ਵਾਸਤੇ ਸਿੱਖਣਾ ਹੈ। ਜਦੋਂ ਕਦੇ ਵੀ ਰੰਗਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਰੰਗ ਮਜੀਠਾ ਗੱਲ ਕੀਤੀ ਜਾਂਦੀ ਹੈ, ਜਿਹੜਾ ਪੱਕਾ ਰੰਗ ਹੁੰਦਾ। ਮੇਰੇ ਰਾਮਈਏ ਰੰਗ ਮਜੀਠਾ, ਮਜੀਠਾ ਰੰਗ ਪੱਕਾ ਹੁੰਦਾ ਹੈ। ਉਹਦੇ ਉਲਟ ਪਖੰਦੜੋਂ ਕੀ ਭੁੱਲ ਵਾਲਾ, ਜੋ ਮੇਰੀਆਂ ਅੱਖਾਂ ਦੇ ਭੁਲੇਖੇ ਨਾਲ ਦੇਖਣ ਵਾਲਾ ਰੰਗ ਹੁੰਦਾ, ਉਹਨੂੰ ਕਸੁੰਬੇ ਕਾ ਰੰਗ ਕਹਿੰਦੇ ਨੇ। ਕਸੁੰਬੇ ਕਾ ਰੰਗ ਕੱਚਾ ਹੁੰਦਾ ਹੈ। ਕੱਚੇ ਰੰਗ ਨੂੰ ਸਦੀਵੀ ਪਾਲ ਕੇ ਨਹੀਂ ਰੱਖਿਆ ਜਾ ਸਕਦਾ। ਸਦੀਵੀ ਪਾਲ ਕੇ ਰੱਖਿਆ ਜਾ ਸਕਦਾ ਹੈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹਨੂੰ ਕਹਿੰਦੇ ਨੇ ਰਾਮ ਰੰਗ ਕਦੇ ਉਤਰ ਨਾ ਜਾਏ। ਰੱਬੀ ਗੁਣਾਂ ਦਾ ਰੰਗ ਅਸੀਂ ਲੈਣਾ ਹੈ। ਸੋ ਅਸੀਂ ਭਾਵੇਂ ਬਚਪਨੇ 'ਚ ਹੋਈਏ, ਭਾਵੇਂ ਅਸੀਂ ਵੱਡੇ ਹੋਈਏ, ਅਸੀਂ ਹਮੇਸ਼ਾ ਖੇੜਾ ਚਾਹੁੰਦੇ ਹਾਂ। ਮੈਂ ਆਪਣੇ ਨਾਲ ਰਿਲੇਟ ਕਰਕੇ ਗੱਲ ਜੇ ਸਾਂਝ ਕਰਾਂ, ਕਿਸੇ ਦਿਨ ਮੇਰਾ ਮੂਡ ਵਿਗੜ ਜਾਂਦਾ ਹੈ, ਔਰ ਜਦੋਂ ਵਿਗੜ ਜਾਂਦਾ ਹੈ, ਮੇਰੀ ਮਾਂ ਜਾਂ ਮੇਰੇ ਭੈਣ ਭਰਾ ਜਾਂ ਮੇਰੀ ਵਾਈਫ ਮੈਨੂੰ ਕਹਿੰਦੀ ਕੀ ਗੱਲ ਹੈ, ਅੱਜ ਤੁਹਾਡਾ ਮੂੰਹ ਬੰਨਿਆ ਹੋਇਆ ਹੈ, ਕਿਉਂ ਉਦਾਸ ਹੋ, ਕੀ ਗੱਲ ਕੁਝ ਗੜਬੜ ਹੋ ਗਈ ਹੈ। ਤਾਂ ਅਲਟੀਮੇਟਲੀ ਮੈਨੂੰ ਰਿਅਲਾਈਜ਼ ਕਰਾਇਆ ਜਾਂਦਾ ਤੁਸੀਂ ਖੇੜੇ ਵਿੱਚ ਨਹੀਂ ਹੋ। ਪਤਾ ਹੀ ਨਹੀਂ ਲੱਗਦਾ ਕਿ ਮੈਂ ਸਿੱਧਾ ਕਦੋਂ ਹੋ ਜਾਂਦਾ। ਔਰ ਮੈਂ ਹੁਣੇ ਮੂੰਹ ਵੱਟਿਆ ਹੋਇਆ ਸੀ, ਮੈਂ ਹੱਸਣ ਵਾਲੀ ਗੱਲ 'ਤੇ ਹੱਸ ਵੀ ਨਹੀਂ ਸੀ ਰਿਹਾ, ਮੈਂ ਗੱਲ ਪੁੱਛੀ ਜਾ ਰਹੀ ਸੀ ਅਤੇ ਮੂੰਹ ਬਣਾ ਕੇ ਹੂੰ ਹਾਂ ਕਰ ਰਿਹਾ ਸੀ, ਲੇਕਿਨ ਪਤਾ ਹੀ ਨਹੀਂ ਲੱਗਾ ਕਿ ਕਦੋਂ ਮੈਂ ਸੁਧਰ ਗਿਆ। ਪਤਾ ਹੀ ਨਹੀਂ ਲੱਗਾ ਕਦੋਂ ਮੇਰਾ ਮੱਥੇ ਦਾ ਵਿੰਗ ਸਿੱਧਾ ਹੋ ਗਿਆ। ਪਤਾ ਹੀ ਨਹੀਂ ਲੱਗਾ ਕਿ ਮੈਂ ਫਿਰ ਮਿੱਠਾ ਬੋਲਣਾ ਸ਼ੁਰੂ ਕਰ ਦਿੱਤਾ। ਪਤਾ ਹੀ ਨਹੀਂ ਲੱਗਿਆ ਮੈਂ ਗੱਲਾਂ 'ਤੇ ਹੱਸਣਾ ਵੀ ਸ਼ੁਰੂ ਕਰ ਦਿੱਤਾ। ਉਹ ਪਲ ਹੀ ਨਹੀਂ ਪਤਾ ਲੱਗਾ ਮੈਂ ਚੇਂਜ ਕਦੋਂ ਹੋ ਗਿਆ, ਮੈਂ ਯੂ ਟਰਨ ਕਦੋਂ ਲੈ ਲਿਆ। ਇਹਦਾ ਮਤਲਬ ਕੀ ਹੋਇਆ, ਦੁਨੀਆ ਦਾ ਹਰ ਮਨੁੱਖ ਜਿਸ ਨੂੰ ਕ੍ਰੋਧ ਚੜ੍ਹਿਆ ਉਹ ਸਦੀਵੀ ਕ੍ਰੋਧ ਵਿੱਚ ਨਹੀਂ ਰਹਿ ਸਕਦਾ। ਜੋ ਆਪਣੇ ਪਤੀ ਪਤਨੀ ਵਹੁਟੀ ਬੱਚਿਆਂ ਨਾਲ ਰੁੱਸਿਆ ਹੋਇਆ ਸਦੀਵੀ ਰੁੱਸਿਆ ਨਹੀਂ ਰਹਿ ਸਕਦਾ। ਅਲਟੀਮੇਟਲੀ ਸਾਡਾ ਸਭ ਦਾ ਸੁਭਾਅ, ਜਿਸ ਨੂੰ ਸਹਿਜ ਸੁਭਾਅ ਕਹਿੰਦੇ ਨੇ, ਉਹ ਹੈ ਖੇੜੇ ਦਾ। ਵੀ ਆਲ ਵਾਂਟ ਹੈਪੀਨੈਸ। ਅਸੀਂ ਸਭ ਖੇੜੇ 'ਚ ਰਹਿਣਾ ਚਾਹੁੰਦੇ ਹਾਂ, ਪਰ ਜੇ ਸਤਿਗੁਰ ਦੀ ਮੱਤ ਨਹੀਂ ਲੈਂਦੇ ਹਾਂ, ਰੱਬੀ ਗੁਣ ਨਹੀਂ ਲੈਂਦੇ ਹਾਂ, ਤਾਂ ਨਾਨਕ ਭਗਤਾਂ ਸਦਾ ਵਿਗਾਸ ਤੋਂ ਅਸੀਂ ਥਿੜਕ ਜਾਂਦੇ ਹਾਂ। ਜਿਹੜਾ ਸਦੀਵੀ ਰੰਗ ਲੈਣਾ ਚਾਹੁੰਦੇ ਹਾਂ, ਸਦੀਵੀ ਖੇੜਾ ਲੈਣਾ ਚਾਹੁੰਦੇ ਹਾਂ, ਉਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਹੈ, ਉਹ ਰੰਗ ਚਾੜਨਾ ਪੈਂਦਾ ਹੈ।
ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਰੰਗ ਕਿਹੜਾ? ਇੱਥੇ ਇਹ ਲਾਲ ਰੰਗ ਲਗਾਉਣ ਦੀਆਂ ਗੱਲਾਂ ਨਹੀਂ ਚੱਲ ਰਹੀਆਂ। ਮਨ ਉੱਤੇ ਸਦੀਵੀ ਖੇੜੇ ਦਾ ਰੰਗ ਚੜ੍ਹਨਾ ਤਾਂ ਹੋਲੀ ਕੀਨੀ ਸੰਤ ਸੇਵ। ਮੇਰੇ ਵੀਰ ਜੀ ਹੁਣੇ ਤੁਹਾਡੇ ਨਾਲ ਸੰਤਾਂ ਦੀਆਂ ਗੱਲਾਂ ਕਰ ਰਹੇ ਸਨ। ਸੋ ਸੰਤ ਸੇਵ ਦਾ ਮਤਲਬ ਹੁੰਦਾ ਰੱਬੀ ਗੁਣਾਂ ਦੇ ਨਾਲ ਜੀਣਾ। ਜਿਉਂ ਹੀ ਅਸੀਂ ਰੱਬੀ ਗੁਣਾਂ ਨਾਲ ਜੀਣ ਲੱਗਦੇ ਹਾਂ, ਸਾਡਾ ਮਜੀਠਾ ਰੰਗ ਬਣ ਜਾਂਦਾ ਹੈ। ਜਿਉਂ ਹੀ ਅਸੀਂ ਅਵਗੁਣਾਂ ਨਾਲ ਜੀਣ ਲੱਗਦੇ ਹਾਂ, ਉਹ ਕਸੁੰਬੇ ਦਾ ਰੰਗ ਹੁੰਦਾ ਹੈ। ਅਸੀਂ ਵੀ ਕਸੁੰਬੇ ਦੇ ਰੰਗ ਵਿੱਚ ਕਦੇ ਨਹੀਂ ਰਹਿ ਸਕਦੇ ਹਾਂ। ਦੂਜੀ ਐਗਜ਼ਾਮਪਲ ਜੇ ਮੈਂ ਆਪਣੇ ਨਾਲ ਹੀ ਰਿਲੇਟ ਕਰਾਂ, ਕਈ ਵਾਰੀ ਮੈਂ ਘਰ ਵਾਲਿਆਂ ਨਾਲ ਰੁੱਸ ਜਾਂਦਾ, ਉਹਨਾਂ ਨੂੰ ਤੇ ਜਵਾਬ ਮੈਂ ਮੂੰਹ ਬਣਾ ਕੇ ਦਿੰਦਾ ਵਾਂ। ਲੇਕਿਨ ਜਦੋਂ ਮੇਰੇ ਕਿਸੇ ਫਰੈਂਡ ਦਾ ਫੋਨ ਆ ਜਾਂਦਾ, ਹੈਲੋ ਕੀ ਹਾਲ ਹੈ, ਠੀਕ ਹੋ, ਮੇਰੇ ਘਰ ਵਾਲੇ ਹੈਰਾਨ ਹੁੰਦੇ ਨੇ, ਹੁਣੇ ਤੁਹਾਡਾ ਮੂੰਹ ਬਣਿਆ ਹੋਇਆ ਸੀ, ਹੁਣੇ ਤੁਸੀਂ ਦੂਰ ਬਾਹਰ ਵਾਲਿਆਂ ਨਾਲ ਤੇ ਹੱਸ ਕੇ ਗੱਲਾਂ ਕਰਦੇ ਹੋ। ਇਹਦਾ ਮਤਲਬ ਇਹ ਹੋਇਆ ਕਿ ਜੇ ਮੈਂ ਹੱਸ ਕੇ ਖੇੜੇ ਵਿੱਚ ਰਵਾਂ, ਮੱਥੇ ਤਿਉੜੀ ਨਾ ਚੜਾਵਾਂ, ਪਿਛਲੇ ਰੋਸੇ ਗਿਲੇ ਸ਼ਿਕਵੇ ਨਾ ਰੱਖਾਂ, ਤਾਂ ਮੇਰਾ ਰੱਬੀ ਰੰਗ ਜਿਹੜਾ ਚੜ੍ਹਦਾ ਉਹਨੂੰ ਸੰਤ ਸੇਵ ਕਹਿੰਦੇ ਨੇ। ਰੱਬੀ ਰੰਗ ਸਦੀਵੀ ਚੜ੍ਹਿਆ ਰਵੇ, ਸੰਤ ਸੇਵ ਕਰਨੀ ਪੈਂਦੀ ਹੈ, ਉਹਨੂੰ ਕਹਿੰਦੇ ਨੇ ਹੋਲੀ ਕੀਨੀ ਸੰਤ ਸੇਵ। ਯੂ ਹੈਵ ਟੂ ਹੈਵ ਪ੍ਰੈਕਟਿਸ ਐਂਡ ਸੁਭਾਅ, ਹੈਬਿਟਸ ਐਂਡ ਐਟੀਟਿਊਡ ਆਫ ਵਰਚੂਸ। ਚੰਗੇ ਗੁਣਾਂ ਦਾ ਸੁਭਾਅ ਬਣਾਉਣਾ ਪਏਗਾ। ਤੇਰੀ ਰੋਜ਼ ਹੋਲੀ ਰਹੇਗੀ। ਤੈਨੂੰ ਸਾਲ ਵਿੱਚ ਇੱਕ ਦਿਨ ਰੰਗ ਲਗਾ ਕੇ ਵਾਲੀ ਹੋਲੀ ਨਹੀਂ ਖੇਡਣੀ ਪਏਗੀ। ਤੈਨੂੰ ਸਾਲ ਵਿੱਚ ਇੱਕ ਦਿਨ ਭੰਗ ਪੀ ਕੇ ਸੜਕਾਂ 'ਤੇ ਅਸ਼ਲੀਲਤਾ ਕਰਨ ਵਾਲੀ ਹੋਲੀ ਨਹੀਂ ਖੇਡਣੀ ਪਏਗੀ। ਤੇਰੇ ਮਨ ਉੱਤੇ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ। ਮੀਨਸ ਹਮ ਸੁਧਰ ਗਏ ਹੈ, ਮੀਨਸ ਅਸੀਂ ਹੁਣ ਠੀਕ ਹੋ ਗਏ ਹਾਂ, ਮੀਨਸ ਅਸੀਂ ਆਪਣੇ ਆਪ ਨੂੰ ਸਹਿਜ ਸੁਭਾਅ 'ਚ ਆ ਗਏ ਹਾਂ। ਇਹਨੂੰ ਕਹਿੰਦੇ ਨੇ ਹੋਲੀ ਕੀਨੀ ਸੰਤ, ਮਤਲਬ ਚੰਗੇ ਗੁਣ ਸੇਵ, ਚੰਗੇ ਗੁਣਾਂ ਦੀ ਮਿਹਨਤ ਕੀਤੀ, ਇਹਦਾ ਰੰਗ ਚੜ੍ਹ ਗਿਆ। ਇਹਨੂੰ ਮਜੀਠਾ ਰੰਗ ਕਹਿੰਦੇ। ਰੰਗ ਲਾਗਾ ਅਤ ਲਾਲ ਦੇਵ। ਹੁਕਮ ਮੈਨੂੰ ਹੋਇਆ ਕਿ ਨੌਜਵਾਨਾਂ ਨਾਲ ਗੱਲ ਕਰੋ। ਨੌਜਵਾਨ ਆਪਣੇ ਜੀਵਨ ਵਿੱਚ ਝਾਤੀ ਮਾਰ ਕੇ ਦੇਖਣ, ਜਦੋਂ ਸਕੂਲ ਦੇ ਅੰਦਰ ਜਾਂ ਗਲੀ ਮਹੱਲੇ ਅੰਦਰ ਪ੍ਰੋਬਲਮ ਆਈ ਸੀ ਤਾਂ ਮੈਂ ਰੋਂਦਾ ਹੋਇਆ ਆਪਣੀ ਮਾਂ ਕੋਲ ਆਇਆ ਸੀ। ਜੇ ਮਾਂ ਨਹੀਂ ਸੀ ਤਾਂ ਆਪਣੇ ਪਿਤਾ ਕੋਲ ਆਇਆ ਸੀ, ਜੇ ਮਾਤਾ ਪਿਤਾ ਨਹੀਂ ਸੀ ਤਾਂ ਆਪਣੇ ਵੱਡੇ ਭੈਣ ਭਰਾ ਕੋਲ ਆਇਆ ਸੀ। ਅਲਟੀਮੇਟਲੀ ਮੈਨੂੰ ਘਰ ਵਾਲੇ ਹੀ ਕੰਮ ਆਏ ਸਨ। ਬਾਹਰ ਵਾਲਿਆਂ ਨੇ ਚਿੱਕੜ ਸੁੱਟਿਆ ਸੀ, ਬਾਹਰ ਵਾਲਿਆਂ ਨੇ ਮੇਰੇ ਕੱਪੜੇ ਖਰਾਬ ਕਰ ਦਿੱਤੇ ਸੀ, ਬਾਹਰ ਵਾਲਿਆਂ ਨੇ ਮੇਰੇ ਬੰਟੇ ਖੋਲ੍ਹੇ ਸੀ, ਬਾਹਰ ਵਾਲਿਆਂ ਨੇ ਮੇਰੀ ਪਤੰਗ ਫਾੜ ਦਿੱਤੀ ਸੀ, ਬਾਹਰ ਵਾਲਿਆਂ ਨੇ ਮੇਰਾ ਗੁੱਲੀ ਡੰਡਾ ਖੋਹ ਲਿਆ ਸੀ, ਬਾਹਰ ਵਾਲਿਆਂ ਨੇ ਮੈਨੂੰ ਡਿਸਟਰਬ ਕੀਤਾ ਸੀ। ਪਰ ਮੈਂ ਘਰ ਆਇਆ, ਘਰ ਵਾਲਿਆਂ ਨੇ ਨਵਾਂ ਗੁੱਲੀ ਡੰਡਾ ਲੈ ਦਿੱਤਾ, ਘਰ ਵਾਲਿਆਂ ਨੇ ਨਵੀਂ ਪਤੰਗ ਲੈ ਦਿੱਤੀ। ਕੋਈ ਗੱਲ ਨਾ ਕਾਕਾ ਤੂੰ ਰੋ ਨਹੀਂ, ਤੇਰੇ ਕੱਪੜੇ ਧੋ ਦਿੰਦੇ ਆ, ਸਾਫ਼ ਕਰ ਦਿੰਦੇ ਆ, ਤੈਨੂੰ ਨਵੇਂ ਬੰਟੇ ਲੈ ਦਿੰਦੇ ਆ। ਘਰ ਵਾਲੇ ਹੀ ਕੰਮ ਆਉਂਦੇ ਨੇ। ਨੌਜਵਾਨ ਨੂੰ ਜਿਸ ਵੇਲੇ ਇਹ ਭੁਲੇਖਾ ਪੈਂਦਾ ਨਾ ਕਿ ਮੇਰੇ ਫਰੈਂਡਸ ਹੀ ਸਭ ਕੁਝ ਹੁੰਦੇ ਹਨ, ਉਹਨੂੰ ਇਹ ਪਤਾ ਨਹੀਂ ਲੱਗਦਾ ਕਿ ਜਦੋਂ ਕਦੀ ਵੀ ਬਾਹਰ ਪ੍ਰੋਬਲਮ ਆਉਂਦੀ ਹੈ, ਮੈਂ ਮੈਂਟਲੀ ਡਿਪਰੈਸ ਹੋ ਜਾਂਦਾ, ਉਦਾਸ ਹੋ ਜਾਂਦਾ, ਇਕੱਲਾ ਹੋ ਜਾਂਦਾ, ਈਵਨ ਮੈਨੂੰ ਸੁਸਾਈਡ ਕਰਨ ਤੱਕ ਦਾ ਖਿਆਲ ਆਉਂਦਾ ਹੈ। ਅੱਜ ਕੱਲ੍ਹ ਦੇ ਨੌਜਵਾਨ ਬਹੁਤ ਜ਼ਿਆਦਾ ਇਹ ਗੱਲਾਂ ਕਰ ਰਹੇ ਨੇ। ਚੱਬ ਜੀ ਹੱਬ ਜੀ ਦੀਆਂ ਵੈਬਸਾਈਟਸ 'ਤੇ ਜਾ ਕੇ ਗੱਲਾਂ ਕਰ ਰਹੇ ਨੇ, ਹਾਊ ਟੂ ਕਮਿਟ ਸੁਸਾਈਡ, ਕਿਉਂਕਿ ਉਹ ਉਦਾਸ ਨੇ। ਜਦੋਂ ਵੀ ਕੋਈ ਸਾਡੀ ਬੱਚੀ ਕਿਸੇ ਗਲਤ ਇਨਸਾਨ ਦੇ ਨਾਲ ਵਿਆਹੀ ਜਾਂਦੀ ਹੈ, ਜਾਂ ਸਾਡਾ ਕੋਈ ਮੁੰਡਾ ਗਲਤ ਕੁੜੀ ਦੇ ਨਾਲ ਵਿਆਹਿਆ ਜਾਂਦਾ ਹੈ, ਅਲਟੀਮੇਟਲੀ ਉਸਨੂੰ ਮਾਂ ਪਿਓ ਛਾਤੀ ਨਾਲ ਲਾਉਂਦੇ ਨੇ। ਬੈਸਟ ਫਰੈਂਡਸ ਪੇਰੈਂਟਸ ਹੁੰਦੇ ਨੇ, ਲੇਕਿਨ ਉਹਨਾਂ ਨੂੰ ਦੋਸਤਾਂ ਦਾ ਰੰਗ ਚੰਗਾ ਲੱਗਦਾ ਹੈ, ਕਿਉਂਕਿ ਦੋਸਤਾਂ ਦੇ ਰੰਗ ਦੇ ਅੰਦਰ ਨੈਗੇਟਿਵਸ ਦੇ ਖਿਆਲ ਆਉਂਦੇ ਨੇ। ਦੋਸਤ ਗਲਾਸ ਖੜਕਾਉਂਦੇ ਨੇ, ਦੋਸਤ ਮਿਲ ਕੇ ਕੁੜੀਆਂ ਨੂੰ ਛੇੜਦੇ ਨੇ, ਦੋਸਤ ਮਿਲ ਕੇ ਕਿਸੇ ਦਾ ਪੱਲਾ ਖਿੱਚਣ ਦੀ ਵਿਉਂਤ ਬਣਾਉਂਦੇ ਨੇ, ਦੋਸਤ ਮਿਲ ਕੇ ਕਿਸੇ ਦਾਮਨੀ ਦੀ ਪੱਤ 'ਤੇ ਹੱਥ ਪਾਉਂਦੇ ਨੇ। ਦੋਸਤ ਕਦੀ ਚੰਗੀ ਇੰਸਪੀਰੇਸ਼ਨ ਨਹੀਂ ਦਿੰਦੇ ਨੇ। ਅਸੀਂ ਬਾਰ-ਬਾਰ ਪੜ੍ਹਦੇ ਹਾਂ, ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਜੈ, ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਜੈ।
ਜਿਨ੍ਹਾਂ ਦੀ ਸੰਦੜਿਆ ਮਿੱਤਰ ਸੇ ਮਿੱਤਰ ਅਸਾੜੜੇ ਸੇ ਜਿਨ੍ਹਾਂ ਦੀ ਸੰਦੜਿਆ ਦੁਰਮਤ ਵੰਜੈ ਜਿਨ੍ਹਾਂ ਦੀ ਸੰਦੜਿਆ ਸਬਾਇਆ ਹੋ ਟੁੰਡੇ ਦੀ ਜਗ ਸਬਾਇਆ ਜਨ ਨਾਨਕ ਵੀਰਲੇ ਕੇ ਜਿਨ੍ਹਾਂ ਦੀ ਸੰਦੜਿਆ ਦੁਰਮਤ ਵੰਜੈ ਜਿਨ੍ਹਾਂ ਦੀ ਸੰਦੜਿਆ ਦੁਰਮਤ ਵੰਜੈ ਮਿੱਤਰ ਅਸਾੜੜੇ ਸੇ ਮਿੱਤਰ ਅਸਾੜੜੇ ਸੇ ਜਿਨ੍ਹਾਂ ਦੀ ਸੰਦੜਿਆ ਦੁਰਮਤ ਵੰਜੈ ਜਿਨ੍ਹਾਂ ਦੀ ਸੰਦੜਿਆ ਸੋ ਅਸੀਂ ਆਪਣੇ ਮਿੱਤਰਾਂ ਨੂੰ ਚੰਗਾ ਮਿੱਤਰ ਸਮਝਦੇ ਹਾਂ ਜੇ ਉਹ ਮੈਨੂੰ ਚੰਗੀ ਸੁਮਤ ਬਖਸ਼ਦਾ ਹੈ, ਪਰ ਕਿਉਂਕਿ ਮੈਨੂੰ ਮਜੀਠ ਦਾ ਰੰਗ ਪਸੰਦ ਨਹੀਂ ਹੈ, ਮੈਨੂੰ ਉਹਦੀ ਵੈਲਿਊਜ਼ ਸਮਝ ਨਹੀਂ ਹਨ, ਮੈਂ ਉਹਦੀ ਕੀਮਤ ਨਹੀਂ ਆਪਣੀ ਜ਼ਿੰਦਗੀ 'ਚ ਪਾਈ, ਮੈਨੂੰ ਪਤਾ ਨਹੀਂ ਕਿ ਮੈਨੂੰ ਰੱਬ ਨੇ ਚੰਗਾ ਗੁਣ ਦੇ ਕੇ ਭੇਜਿਆ ਸੀ, ਨਿਰਮਲ ਨੀਰ ਭੇਜਿਆ ਸੀ, ਅਤੇ ਮੈਂ कुसंगत एक्सेप्ट कर ली, कुसंगत वाले का नाम मैं फ्रेंड्स रख लिया। मम्मी पापा से मैं बात बात पे रूठ जाता हूँ, स्कूल हो या कॉलेज हो, मम्मी पापा से रूठने के बाद मुझे कोई कंधा चाहिए जिस पर मैं अपना माथा रख के रो सकूँ, इसलिए मुझे कोई बॉयफ्रेंड और गर्लफ्रेंड चाहिए। लेकिन अगर वो तलाक दे जाए, अगर वो मुझे धोखा दे जाए, अगर वो किसी और को बॉयफ्रेंड गर्लफ्रेंड बना ले, तो मेरे को रोते हुए मम्मी पापा के पास आना पड़ता है। इसका मतलब मम्मी पापा दे कोल हमेशा मजीठ का रंग होता है, विच इज़ कॉल्ड केमिकल ऑफ लव, ऑक्सीटोसिन लेवल, लविंग हारमोन होता है। बच्चे नूं बिल्कुल कुछ दिन पता नहीं होंदा, उहदियां अखां टिकदी नहीं है जम्मण तो बाद, लेकिन बच्चे नूं जदों उहदी माँ हथ लांदी है, ऑक्सीटोसिन कैमिकल ही है जिहड़ी बच्चे नूं रिलाइज़ करांदा ये मेरी माँ का हाथ है। थोड़े दिनों बाद उसनों रियलाइज़ होना शुरू हो जाता है ये मेरे पापा का हाथ है, ये मेरे बहन भाई का हाथ है, उन्होंने पछाण होती जाती है। ऑक्सीटोसिन लविंग कैमिकल, लविंग हारमोन इस सृष्टि में सानू देखने को मिल रहा है, मैडिकल साइंस ने लभ्या, लेकिन है ये मजीठ के रंग दा, है ये पक्के रंग दा, है सच दी संगत दा, है ये ट्रू लव दा, निष्काम प्यार दा। सो ਅਸੀਂ ਆਪਣੇ ਜੀਵਨ ਵਿੱਚ ਲੱਭਣਾ ਹੈ ਕਿ ਮੈਂ ਸਦੀਵੀ ਰੰਗ ਲੈ ਕੇ ਹਮੇਸ਼ਾ ਖੇੜੇ 'ਚ ਰਹਿਣਾ ਚਾਹੁੰਦਾ ਜਾਂ ਦਿਨ ਰਾਤ ਅਪਸੈਟ ਰਹਿਣਾ ਚਾਹੁੰਦਾ। ਕ੍ਰੋਧ ਕਰਨਾ ਤੇਰਾ ਹੱਕ ਹੈ, ਨਫ਼ਰਤ ਕਰਨਾ ਤੇਰਾ ਹੱਕ ਹੈ, ਤੇਰਾ ਮਤਲਬ ਤੇਰੇ ਮਨ ਦਾ ਹੱਕ ਹੈ, ਵਿਤਕਰਾ ਕਰਨਾ ਤੇਰੇ ਮਨ ਦਾ ਹੱਕ ਹੈ। ਊਚ ਨੀਚ ਜ਼ਾਤ ਪਾਤ ਦਾ ਵਿਤਕਰਾ, ਅਮੀਰ ਗਰੀਬ ਦਾ ਵਿਤਕਰਾ, ਬ੍ਰਾਂਡ ਨੇਮ ਦਾ ਵਿਤਕਰਾ, ਜੈਂਡਰ ਦਾ ਵਿਤਕਰਾ, ਇਹ ਸਾਰੇ ਤੇਰੇ ਮਨ ਦੇ ਹੱਕ ਨੇ। लेकिन इन्हां तो बाद तैनूं बेचैनी मिलेगी, वो तेरा हक नहीं है, वो तेरे पल्ले पेगी क्योंकि वो कुदरत का नियम है। अल्टीमेटली तू इस बेचैनी चों बाहर आना ही चाहता है। जे कोई बंदा हर वेले साडे कंन भरदा रहे, साडी निंदा कर, असीं तंग आ जांदे, हर वेले तू मैनूं नैगेटिव सुणांदा रहिंदा, अच्छा ना हुण चुप भी करना, असीं इस तरह दुखी भी हो जाते हैं क्योंकि वो कसुंबे का रंग है, क्योंकि वो कुसंगत का रंग है। अज के टॉपिक अंदर असी कसुंबे का रंग, कच्चा रंग, कुसंगत का रंग, बैड कंपनी का रंग की गल करांगे कंडियां दे नाल रिलेट करके। बाकी शब्दों के विचकार असी कंडे कहते हैं जम्मा नूं,
ਬਾਕੀ ਸ਼ਬਦਾਂ ਵਿੱਚ ਅਸੀਂ ਕੰਡੇ ਕਹਿੰਦੇ ਆ ਡੀਮਨ ਥਾਟਸ ਨੂੰ, ਜਿਸ ਨੂੰ ਵਿਕਾਰ ਕਹਿੰਦੇ ਨੇ। ਅੱਜ ਦੇ ਸ਼ਬਦ ਦੇ ਜੋ ਸੀਨ ਹੈ उस सीन ਨੂੰ ਪਹਿਲਾਂ समझ लिए। लफ्जी अर्थ आज के शब्द के, कबीर मारी मरों कुसंग की, मेरा नुकसान कैसे हुआ मैंने कुसंगत की। कैसे कुसंगत की, वो वाला सीन बनाया। केले निकट जो पेड़, केले का पत्ता झूलता है, कोमल होता है, सॉफ्ट होता है, हवा आने पर हिलता है, कांटों के बेरी के पास रहता है, लेकिन इसको पता नहीं है ये झूलता है, वो झूल है, वो चीरी है। कह रहे ने मारी मरो कुसंग की, केले निकट ज्यों बेर। सीन दिखाया है, सृष्टि का एक सीन दिखाया कबीर जी ने, और सीन को देख के सीखना मिस्टिक कहलाता है, सीन को देख के सीखना धार्मिकता कहलाता है। केले निकट जो बेर, ये वाला कुसंग मैंने किया, मेरी मत मारी गई, मेरी मत का पर्दा तार तार हो गया, मेरा थॉट प्रोसेस मेलाइन डिसीटफुल बेईमान हो गया। कबीर मारी मरो कुसंग की, केले निकट जो बेर। लोग बोलते हैं बाणी समझ नहीं आती, बाणी कितनी सिंपल है, कितनी आसान है, ध्यान ध्यान से पढ़े। जो लोगों को बाणी पढ़ के भगवान जी को खुश करना है, गुरु जी को खुश करना है, उनको समझ में नहीं आती। जो बाणी को ऐसे पढ़ता है ये मेरे को कुछ समझाया जा रहा है, उनको समझ आनी शुरू हो जाती है। मैं क्लेम नहीं कर रहा मेरे को समझ आनी शुरू होगी, मैं तो समझने की कोशिश कर रहा हूँ कि अभी इसमें से मुझे कैसे फिक्सअप किया जाता है। इसलिए हमने आज से 23-24 साल पहले प्रोग्राम का नाम रखा जीवन जांच का खजाना। इंग्लिश में इसे बोलते हैं द लिविंग ट्रेजर। जीवन जांच का खजाना में वही इंसान आता है जो अपना नुकसान करा के अपने अवगुणों को छोड़ देता है, अपने पैसे, अपना तन मन धन, अपना टब्बर, अपना सुख आराम छोड़ के, सब कुछ छोड़ के अपना एटीट्यूड, अपना स्वभाव फिक्सअप कराने आता है। लिविंग ट्रेजर में वही मेंबर रहते हैं, बाकी चले जाते हैं। आप भी सारे आमंत्रित हो। जो फिक्सअप होना चाहता है वो लिविंग ट्रेजर अटेंड करना शुरू कर देता। बड़े सारे मम्मी पापा मिलते ने। मेरा काका विगड़ गया सी, मेरी बेटी कुराए पै रही सी, साडे बच्चे, असी अपने बच्चों को कहते हैं तुसी लिविंग ट्रेजर ही जाया करो, उत्थे नौजवान ज़्यादा आते हैं। एंड यू सी we have more than 80% youngsters in living treasure, more than 80%, and they all speak about shabad vichar, be it boy, be it girl, be it nikka bachcha, be it old lady or gents, जो मर्जी होए। असी सत्संग लभदे आ। तुसी सारे ने अज तक सुनिया होना, पंक्ति उच्चारण की जाती है, बिन भागा सत्संग न लभे, बिन संगत मैल मत परीजै जियो। अपने समझण वास्ते मैनू ये अर्थ समझा रहा ने, बिन भागा, बिंदी ना लाओ, बिन भागा। मैं ठीक होना ही नहीं चाहता, मैं अपने चंगे भाग बनाना ही नहीं चाहता। बिन भागा सत्संग ना लभे। जो ठीक नहीं ना होना चाहता वो सत्संग को बिट्रे करता है, वो छोड़ता है, वो कुसंग को पसंद करता है। उसको कुसंग की बातें, निंदा, नफरत, ग्रुपबाजी, गुटबाजी, ऐसी किस्म की बातें पसंद आती है। कानों का कच्चा होता है वो। बिन भागा सत्संग ना लभे, और जब वो नहीं लभता तो होता क्या है, बिन संगत मैल परीजै जियो। और जिन्हां दी मैल पड़दी जाती है, कबीर बेड़ा जरा बेड़ा जरा, फूटे छेक हजार, फूटे
हरुए हरुए तिर गए, हरुए हरुए तिर गए, डूबे जिन सिर पार, डूबे जिन सिर पार, डूबे जिन सिर पार, कबीर बेड़ा जर्जरा, बेड़ा जर्जरा, फूटे 6,000, कबीर बेड़ा जर्जरा, बेड़ा जर्जरा, बेड़ा जर्जरा। सो जो कुसंगत करते ने उन्हां दा बेड़ा, उन्हां दा जिंदगी दा बेड़ी, उन्हां दा टाइटैनिक शिप छेद होने शुरू हो जाता है। बेड़ा जर्जरा, फूटे 6,000। 6,000 की होंदा है? उन्हां नूं मंदियां आदतां, मंदा सुभाਅ, उन्हां दी बैड हैबिट्स, उन्हां दे नैगेटिव ख्याल, उन्हां दा नैगेटिव एटीट्यूड बनता जाता है, डे बाई डे बढ़ता जाता है। कबीर बेड़ा जर्जरा, फूटे 6,000। लेकिन जो सियाणा निकलता है, हरुए हरुए तिर गए, जिसको पता लग जाता है मेरे बेड़े में छेद हो गया, वो ध्यान से आस्ता आस्ता चलाता है और तूफान में से निकलने की कोशिश करता है। हरुए हरुए तिर गए, डूबे जिन सिर पार, जेड़े बेड़े दा भार सहार नहीं सकते ने, भाव जेड़े अपनी जिंदगी दा कुछ भी फेस नहीं कर पाते ना, नैगेटिव मूवमेंट कोई भी आ जाए तो वो अपने अवगुणा के छेदां के कारण पानी भर जाता है और वो डुब जाते हैं। कोई सुसाइड करता है, कोई उदास हो जाता है, कोई डिप्रैस हो जाता है, कोई लोगों नाल रुस जाता है, कोई लोनीनैस चला जाता है, कोई जंगल ही चला जाता है, कोई तलाक लै लेंदा है, कोई कुछ करता है, कोई मम्मी पापा से दूर चला जाता है। यह सारी गल वापरनी शुरू हो जाती है। इस गल के बारे कबीर साहब कह रहे हैं, ए मेरा हाल पता क्यों होया, मैं कुसंगत कीती जिवें केले दे कोल बेर। साध संगत जी, हुण तक असी बाहरला सीन समझिया है, हुण असी अपने आप नूं रिलेट करन वास्ते किवें समझीए, मैं केला किहड़े पक्खों हाँ ते कंडे मैनूं किस तरह फाड़दे ने। साध संगत जी, बाणी नूं जे इस तरह खोजना शुरू कर दईए ना, साडे जीवन में बदलाहट आनी शुरू हो जाएगी। लंबे चौड़े 101 अखंड पाठ नहीं रखने पैणगे, 5-5 लाख पाठां दी लड़ियां नहीं लाणियां पैणगियां, एक दिन अंदर 11-11 पाठ नहीं करने पैणगे, एक पाठ भी समाप्त नहीं हो पाएगा जे असी ध्यान दे नाल पढ़ना शुरू कर दईए। अज दे टॉपिक अंदर असी समझण दा यतन कर रहे हां कि मेरी जिंदगी अंदर कंडे किहड़े ने, मेरी जिंदगी अंदर मेरा केला की है, मेरी जिंदगी अंदर केड़ी वाह आंदी है जो केला पाट जाता है, मेरा कंडे चुभदे किस तरह ने मैनू, मेरा टब्बर किवें बर्बाद हो जाता है। फॉर एग्जाम्पल, मेरे छोटे भरा दी वोटी आई तां तक मेरी वोटी दी मेरी मम्मी दे नाल बनदी सी, पता नहीं की होया मेरी वोटी भी मेरे छोटे भरा दी वोटी दे आखे लग गई, दोनों गिटपिट कर दियाँ और मेरी माँ हुण उदास रहिंदी है। मेरी माँ घर नहीं समझ पा रही, दिन रात डरदी रहंदी है। होया की है, दराणी जठानी ने कोई कंडियाला काम शुरू किया और घर का सारा केले का फैब्रिक पाड़ना शुरू किया, घर अशांति हो गई। साध संगत जी, सारी बाणी मैनू, सारी बाणी मेरे घर नू, सारी बाणी मेरे समाज नू फिक्सअप करन वास्ते, रब जी और गुरु जी नू खुश करन वास्ते नहीं है। मैं ठोक वजा के गल तुहाडे नाल सांझ करना चाहता। बाणी
ਮਨ ਸਮਝਾਵਨ ਕਾਰਨੇ ਕਛੋਕ ਪੜੀਏ ਗਿਆਨ। ਸਾਨੂੰ ਫਿਕਸਅਪ ਕਰਨ ਵਾਸਤੇ ਬਣਾਈ ਗਈ ਹੈ, ਰੱਬ ਜੀ ਨੂੰ, ਗੁਰੂ ਜੀ ਨੂੰ ਖੁਸ਼ ਕਰਨ ਵਾਸਤੇ ਨਹੀਂ ਬਣਾਈ ਗਈ ਹੈ। ਜਦੋਂ ਪ੍ਰਬੰਧਕ ਕਹਿੰਦੇ ਨੇ ਕੋਈ ਗੱਲ ਨਹੀਂ ਭਾਈ ਸਾਹਿਬ ਜੀ ਤੁਸੀਂ ਆ ਕੇ ਸ਼ਬਦ ਪੜ੍ਹ ਦਿਆ ਕਰੋ, ਗੁਰੂ ਸਾਹਿਬ ਤੇ ਸੁਣ ਰਹੇ ਨੇ ਨਾ ਸਾਧ ਸੰਗਤ ਜੀ, ਗੁਰੂ ਸਾਹਿਬ ਨੂੰ ਸੁਣਾਉਣ ਵਾਸਤੇ ਨਹੀਂ ਹੈ। ਭੁਲੇਖਾ ਹੈ ਕਿ ਆਓ ਕੋਈ ਨਾ ਆਏ ਜਾਂ ਨਾ ਆਏ, ਅਸੀਂ ਤੇ ਬਾਬਾ ਜੀ ਨੂੰ ਸੁਣਾਉਣਾ ਹੈ, ਬਾਬਾ ਜੀ ਨੂੰ ਕਹਿਣਾ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਅਸੀਂ ਆਪਣੇ ਟੱਬਰ ਨੂੰ, ਆਪਣੇ ਸੁਭਾਅ ਨੂੰ, ਆਪਣੇ ਸਮਾਜ ਨੂੰ, ਆਪਣੀ ਇਸ ਦੁਨੀਆ ਨੂੰ ਠੀਕ ਕਰਨ ਵਾਸਤੇ ਬਾਣੀ 'ਚੋਂ ਸਿੱਖਦੇ ਹਾਂ। ਆਪ ਸਵਾਰੇ ਮੈਂ ਮਿਲਿਆ ਸੁਖ ਹੋਏ। ਸੋ ਅੱਜ ਅਸੀਂ ਆਪਣੇ ਜੀਵਨ ਦਾ ਕੇਲੇ ਦਾ ਪੱਤਾ ਹੁੰਦਾ ਹੈ ਫੈਬਰਿਕ ਹੁੰਦਾ ਹੈ ਪ੍ਰੇਮ ਪਟੋਲਾ। ਤੂੰ ਮੈਨੂੰ ਸੁਮਤ ਬਖਸ਼ੀ ਸੀ, ਲੇਕਿਨ ਮੇਰਾ ਉਹ ਫੈਬਰਿਕ ਇੱਥੇ ਤਾਰ ਹੋ ਗਿਆ। ਅਸੀਂ ਬਚਪਨ ਵਿੱਚ ਬਿਲਕੁਲ ਨਿਰਮਲ ਨੀਰ ਆਉਂਦੇ ਹਾਂ, ਨਰੋਏ ਆਉਂਦੇ ਹਾਂ, ਕਿਸੇ ਨਾਲ ਨਫ਼ਰਤ ਨਹੀਂ ਕਰਦੇ ਹਾਂ। ਸਾਡੇ ਵਾਸਤੇ ਹਿੰਦੂ ਮੁਸਲਮਾਨ ਸਿੱਖ ਈਸਾਈ ਵਿਤਕਰਾ ਨਹੀਂ ਹੁੰਦਾ ਹੈ, ਤੇਰ ਮੇਰ ਨਹੀਂ ਹੁੰਦੀ ਹੈ। ਜਿਸ ਬੱਚੇ ਨਾਲ ਲੜਦੇ ਹਾਂ ਉਹਦੇ ਨਾਲ ਹੀ ਖੇਡਣਾ ਸ਼ੁਰੂ ਕਰਦੇ ਹਾਂ। ਵੱਡੇ ਹੋ ਕੇ ਜਿਹਦੇ ਨਾਲ ਇੱਕ ਵਾਰੀ ਕੁੱਟੀ ਹੋ ਜਾਏ ਜ਼ਿੰਦਗੀ ਭਰ ਉਹਦੇ ਨਾਲ ਬੋਲਦੇ ਨਹੀਂ ਹਾਂ, ਭਾਵੇਂ ਉਹ ਪਤੀ ਪਤਨੀ ਹੋਣ, ਭਾਵੇਂ ਦੋ ਫਰੈਂਡਸ ਹੋਣ। ਅਸੀਂ ਇਸ ਤਰੀਕੇ ਦੇ ਨਾਲ ਦੂਰੀਆਂ ਪਾ ਲੈਂਦੇ ਹਾਂ। ਸੋ ਅੱਜ ਅਸੀਂ ਸਮਝਣਾ ਹੈ, ਵਿਚਾਰਨਾ ਹੈ ਕਿ ਮੈਂ ਆਪਣੀ ਜ਼ਿੰਦਗੀ ਦਾ ਕੇਲਾ, ਮਤਲਬ ਆਪਣੀ ਸੋਚਣੀ ਦਾ ਥਾਟ ਪ੍ਰੋਸੈਸ। ਸਾਡਾ ਸੋਚਣੀ ਦਾ ਜਿਹੜਾ ਥਾਟ ਪ੍ਰੋਸੈਸ ਹੈ, ਇਹਨਾਂ ਨੂੰ ਤਾਣਾ ਪੇਟਾ ਕਹਿੰਦੇ ਨੇ ਬਾਣੀ ਅੰਦਰ। ਤਾਣਾ ਪੇਟਾ ਇਸ ਤਰ੍ਹਾਂ ਧਾਗੇ ਜਿਹੜੇ ਬਣਾਓ, ਇਹਨਾਂ ਦੇ ਨਾਲ ਕੱਪੜਾ ਉਣਿਆ ਜਾਂਦਾ ਹੈ। ਜਿਹੜਾ ਕੱਪੜਾ ਉਣਿਆ ਜਾਂਦਾ ਹੈ, ਭੈੜਾ ਉਣਿਆ ਜਾਏ ਤਾਂ ਉਹਨੂੰ ਛੱਡਣ ਵਾਸਤੇ ਕਬੀਰ ਸਾਹਿਬ ਕਹਿੰਦੇ ਨੇ ਤਾਨਾ ਬਾਨਾ ਕਛੂ ਨਾ ਸੂਝੈ, ਮੈਂ ਤੰਨਾ ਬੁੰਨਾ ਸਭ ਤਜਿਓ ਹੈ ਕਬੀਰ। ਲੇਕਿਨ ਜੇ ਚੰਗਾ ਕੱਪੜਾ ਪ੍ਰਾਪਤ ਕਰਨਾ ਹੋਏ ਉਹਨੂੰ ਕਹਿੰਦੇ ਨੇ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਸੱਚ ਦੀ ਮੱਤ ਦਾ ਕੱਪੜਾ ਪ੍ਰਾਪਤ ਕਰਦਿਆਂ ਥਾਟ ਪ੍ਰੋਸੈਸ ਨੂੰ ਕੱਪੜਾ ਕਹਿੰਦੇ ਨੇ। ਮੈਨੂੰ ਨਹੀਂ ਪਤਾ ਤੁਹਾਡੇ ਕੋਲ ਕਿਹੜਾ ਕੱਪੜਾ ਹੈ। ਅੱਜ ਅਸੀਂ ਸਮਝ ਰਹੇ ਹਾਂ ਜੇ ਚੰਗਾ ਕੱਪੜਾ ਹੈ, ਹਰ ਕੋਈ ਆਪਣੇ ਆਪ ਨੂੰ ਸ਼ਰੀਫ ਜ਼ਿਆਦਾ ਸਮਝ ਰਿਹਾ ਹੈ। ਮੇਰਾ ਕੱਪੜਾ ਅੱਜ ਪਾਟਿਆ ਕਿਸ ਤਰ੍ਹਾਂ, ਮੇਰਾ ਕੇਲੇ ਨੂੰ ਕਿਹੜੀ ਹਵਾ ਲੱਗੀ, ਕਿਹੜੇ ਕੰਡੇ ਲੱਗੇ, ਮੈਂ ਕੋਸ਼ਿਸ਼ ਕਰਦਾ। ਕੁਸੰਗ ਵਰਸਿਸ ਸਤਸੰਗ ਸਾਨੂੰ ਵਿਚਾਰਨਾ ਹੈ। ਅਸੀਂ ਵਿਚਾਰ ਚੁੱਕੇ ਹਾਂ ਕਿ ਜਿਹੜਾ ਬਿਨ ਭਾਗਾ ਹੈ ਨਾ, ਜਿਹੜਾ ਆਪਣੀ ਡੈਸਟੀਨੀ ਆਪ ਨਹੀਂ बनाना चाहता, जो अपने चंगे भाग नहीं बनाना चाहता, वो मस्तक भाग मंदेरे अपना सुभाव बदलना नहीं चाहता, वो कुसंगत वाला भाग नहीं बनाता। बिन भागा सत्संग ना ਲੱਭੈ। उस सत दे संग विच वास्ते भाग बनाता है। भाग बनाने का मतलब तुसी कदी लिया, आज यहाँ पर प्रतियोगिता हो रही है, इस प्रतियोगिता में 8वीं कक्षा के बच्चे भाग लेंगे। भाग लेंगे का मतलब क्या होता है? दौड़ेंगे नहीं, भाग लेंगे का मतलब होता है वो इसमें पार्टिसिपेट करेंगे। पर बिन भागा सत्संग विच पार्टिसिपेट नहीं करता। ਉਹਨੂੰ ਕਹਿੰਦੇ ਨੇ ਕੁਸੰਗਤ। ਤੇ ਜਦੋਂ ਪਾਰਟਿਸਿਪੇਟ ਨਹੀਂ ਕਰਦਾ ਤਾਂ ਮਾਨੋ ਉਹਦਾ ਕੇਲਾ ਝੂਲ ਰਿਹਾ ਹੈ, ਭਾਵੇਂ ਇਨੋਸੈਂਟ, ਲੇਕਿਨ ਕੁਸੰਗਤ ਦੇ ਕੰਡੇ ਇਹਦਾ ਦਿਮਾਗ ਖਰਾਬ ਕਰਨਗੇ, ਇਹਦੀ ਸੋਚਣੀ ਦਾ ਕੱਪੜਾ ਤਾਰ ਕਰਨਗੇ। ਕੁਸੰਗ ਵਿੱਚ ਅਸੀਂ ਈਵਲਸ ਇਕੱਠੇ ਕਰਦੇ ਹਾਂ, ਈਵਲਸ ਨਾਲ ਸੁਭਾਅ ਵਿਗੜਦਾ ਹੈ। ਅਸੀਂ ਸਭ ਜਗ੍ਹਾ ਪੜ੍ਹਦੇ ਹਾਂ, ਕਬੀਰ ਟਾਲੈ ਟੋਲੈ ਦਿਨ ਗਿਆ, ਵਿਆਜ बढ़न तो जाए। जितना तू ਚੰਗੇ ਗੁਣਾਂ ਨੂੰ, ਸਤਸੰਗ ਨੂੰ, ਗੁੱਡ ਹੈਬਿਟਸ ਨੂੰ ਟਾਲੇਗਾ, ਟਾਲੈ ਟੋਲੈ ਦਿਨ ਗਿਆ, ਜ਼ਿੰਦਗੀ ਜ਼ਾਇਆ ਜਾਂਦੀ ਹੈ। ਵਿਆਜ बढ़न तो जाए, ਔਗੁਣ ਵੱਧਦੇ ਹਨ। ਮਤ ਜਾਣੋ ਕਿ ਅਸੀਂ ਮੰਦਰ ਮਸਜਿਦ ਗੁਰਦੁਆਰੇ ਜਾਂਦੇ ਹਾਂ, ਮਤ ਜਾਣੋ ਕਿ ਅਸੀਂ ਪਾਠ ਕਰਦੇ ਹਾਂ। ਜੇ ਸੁਭਾਅ ਚੇਂਜ ਨਹੀਂ ਨਾ ਹੋਇਆ ਤਾਂ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਵਾਲਾ, ਹਰ ਕੋ ਨਾਮ ਜਪ, ਨਿਰਮਲ ਕਰਮ ਵਾਲਾ ਕੰਮ ਸ਼ੁਰੂ ਨਹੀਂ ਨਾ ਹੋਇਆ ਤੇ ਧਰਮ ਦੀ ਗੱਲ ਸ਼ੁਰੂ ਹੀ ਨਹੀਂ ਹੋਈ। ਜੇ ਮੇਰੇ ਸੁਭਾਅ ਵਿੱਚ ਨੈਗੇਟਿਵਸ ਹਨ, ਵਿਆਜ बढ़न तो जाए, ਉਹ ਵੱਧਦੇ ਜਾਂਦੇ ਹਨ।
ਭਾਵੇਂ ਮੈਂ ਜਿਹੜੇ ਮਰਜ਼ੀ ਲੋਕਾਂ ਨਾਲ ਉੱਠਾ ਬੈਠਾ। ਜੇ ਅਵਗੁਣ ਵੱਧਦੇ ਹਨ ਤਾਂ ਕੁਸੰਗ ਹੀ ਹੈ। ਭਾਵੇਂ ਮੈਂ ਗੁਰਦੁਆਰੇ ਬਹਿ ਕੇ ਕੁਸੰਗ ਕਰਾਂ, ਭਾਵੇਂ ਗੁਰਦੁਆਰੇ ਬਹਿ ਕੇ ਨਿੰਦਾ ਕਰਾਂ, ਭਾਵੇਂ ਪਾਠ ਕਰਕੇ ਵੀ ਨਿੰਦਾ ਕਰਾਂ। ਸਾਸਕ ਜੀ ਖਿਮਾ ਕਰਨਾ, ਗੁਰਦੁਆਰੇ ਬਹਿਣਾ ਮਾੜੀ ਗੱਲ ਨਹੀਂ, ਜਾਣਾ ਮਾੜੀ ਗੱਲ ਨਹੀਂ, ਪਾਠ ਕਰਨਾ ਮਾੜੀ ਗੱਲ ਨਹੀਂ, ਅੰਮ੍ਰਿਤ ਵੇਲੇ ਉੱਠਣਾ ਮਾੜੀ ਗੱਲ ਨਹੀਂ, ਬਾਣੀ ਪੜ੍ਹਨਾ ਮਾੜੀ ਗੱਲ ਨਹੀਂ, ਕੀਰਤਨ ਕਰਨਾ ਸੁਣਨਾ ਮਾੜੀ ਗੱਲ ਨਹੀਂ। ਲੇਕਿਨ ਇਹ ਕਰਕੇ ਮੈਂ ਸੋਚਿਆ ਮੈਂ ਰੱਬ ਨੂੰ ਖੁਸ਼ ਕਰ ਲਿਆ, ਹੁਣ ਇਹਨਾਂ ਨਾਲ ਮੈਂ ਕੰਨਾਂ ਦੇ ਅੰਦਰ ਨਿੰਦਾ ਸ਼ੁਰੂ ਕਰ ਦੇਵਾਂ, ਲੋਕਾਂ ਦੇ ਨਾਲ ਨਫ਼ਰਤ ਸ਼ੁਰੂ ਕਰ ਲਵਾਂ, ਆਪਣਾ ਸੁਭਾਅ ਨੈਗੇਟਿਵ ਹੀ ਬਣਾਈ ਰੱਖਾਂ, ਤਾਂ ਮੇਰਾ ਜ਼ਿੰਦਗੀ ਦਾ ਥਾਟ ਪ੍ਰੋਸੈਸ ਦਾ ਕੱਪੜਾ ਪਾੜ ਰਿਹਾ ਹੈ, ਗੰਦੀ ਹਵਾ ਚੱਲ ਰਹੀ ਹੈ। ਇਹ ਹਵਾ ਮੇਰੇ ਕੇਲੇ ਦੇ ਪੱਤੇ ਨੂੰ ਛਿੱਲ ਰਹੀ ਹੈ ਕੰਡਿਆਂ ਦੇ ਨਾਲ। ਸਤਸੰਗ ਵਿੱਚ ਸਾਨੂੰ ਵਿਵੇਕ ਬੁੱਧੀ ਮਿਲਦੀ ਹੈ, ਵਟ ਇਜ਼ ਰਾਈਟ ਵਟ ਇਜ਼ ਰੋਂਗ ਦਾ ਨਿਤਾਰਾ ਕਰਨ ਵਾਸਤੇ। ਅਤੇ ਵਿਵੇਕ ਬੁੱਧੀ ਪੂਰਾ ਟੋਟਲ ਸਬਜੈਕਟ ਜਿਹੜਾ ਹੁੰਦਾ ਉਹਦੇ ਵਿੱਚ ਹੁੰਦਾ ਪਹਿਲਾਂ ਨਿਤਾਰਾ ਕਰ ਪਾਣਾ, ਠੀਕ ਕਿਆ और गलत क्या है, फिर ठीक की प्रैक्टिस को दोहराते रहना, दृढ़ करना, उसको सिमरन बोलते हैं। जो ठीक स्वभाव है उसको दृढ़ करना, उसको सिमरन बोलते हैं, उसको जप बोलते हैं। और जो अवगुणी स्वभाव है, अवगुणों को छोड़ना और अवगुण छोड़ के हमेशा के लिए चंगे गुणों की प्रैक्टिस करना, ਇਹ ਸਾਰੇ ਚੈप्टर ਨੂੰ ਵਿਵੇਕ ਬੁੱਧੀ ਕਹਿੰਦੇ ਨੇ। ਸਿਰਫ ਇਤਨੇ ਨੂੰ ਨਹੀਂ ਕਹਿੰਦੇ ਕਿ ਰਾਈਟ ਕਿਆ ਰੋਂਗ ਕਿਆ ਹੈ। ਜਦੋਂ ਅਸੀਂ ਵਿਵੇਕ ਬੁੱਧੀ ਪ੍ਰਾਪਤ ਕਰਦੇ ਹਾਂ, ਸੁਭਾਅ ਨਿਰਮਲ ਬਣਦਾ ਹੈ, ਤਾਂ ਮਨ ਨੂੰ ਕੰਡੇ ਭਾਵੇਂ ਚਾਰੋਂ ਪਾਸੇ ਹੋਣ, ਮੇਰਾ ਕੁਝ ਨਹੀਂ ਵਿਗਾੜ ਰਹੇ ਨੇ। ਜੇ ਕੁਸੰਗ ਵੱਲ ਮੈਂ ਪ੍ਰੇਰਿਤ ਹੁੰਦਾ, ਬੇਰੀ ਦੇ ਕੰਡੇ ਮੇਰੀ ਸੋਰਸ ਆਫ ਈਵਲ ਬਣ ਜਾਂਦੇ ਨੇ। ਉਹਨੂੰ ਸਾਕਤ ਸੰਗ ਕਹਿੰਦੇ ਨੇ। ਸਾਨੂੰ ਲੱਭਣਾ ਹੈ, ਸੋਚਣਾ ਹੈ, कहाँ कहाँ से मेरे को कुसंग होता है, मेरे घर में बच्चे को कौन बिगाड़ता है, मेरा बच्चा बाहर जाता है, काम पे जाता है, स्कूल जाता है, कॉलेज जाता है, इसको कौन बिगाड़ता है। अगर हम लोग कहीं भी नहीं जाते हैं और हम टीवी देखते हैं, उसमें सीरियल देख के हम कैसे बिगड़ते हैं। आजकल असी बिगड़ ही गए हैं। साड़ी बच्ची भी कहती है, रात को सीरियल में देखा था उस लड़की की जब शादी हुई, उसने इतने सारे गहने पहने हुए थे, उसने टॉपलेस साड़ी पहनी हुई थी, उसने दाज 8 लाख का लहंगा पहना था। पापा मेरी शादी में भी ऐसे ही कपड़े बनवाना। मानो उसका केला तार तार हो गया, कंडिया ने कम कर दिता मीडिया के थ्रू। इस तरह असी नैगेटिव्स कलैक्ट करते हाँ। जे कुसंग वाल प्रेरित होंदा, बेरी दे कंडे मेरा सोर्स ऑफ ईवल बन जाते हैं। तो जो असी धार्मिक कर्म कांड पाखंड करते हैं ना, उन्होंने भी गुरु साहब कंडे वाले ही तशबीह देंदे ने, जम कह के। करम धर्म पाखंड जो दिसे, तिन जम जगाती लूटे, वो दिन रात जम से लुटते रहते हैं। टाला टोला दिन गया, ब्याज बढ़न तो जाए, नार भजियो ना खत फटियो, काल पहुँचियो आए। दिन रात आत्मक मौत, आत्मक करैक्टर दी, आचरण दी गिरावट होंदी रहिंदी है। साडा सुभाव विगड़दा रहिंदा है। जे असी अपना सुभाव नहीं ना फिक्सअप कीता, असी दुनिया च जिथे मर्जी हाँ, जेड़े लाहौर भैड़े वो पिशौर भी भैड़े। साकत संग नाल सुरत मत बुद्ध अते बाहरले अंग भी आस्ता आस्ता खराब होने शुरू हो जाते हैं। सत्संगत नाल की होंदा है, पिंगल पर्बत पार परे खलच तरब कीता। मैं मन करके पिंगला हाँ, हैंडीकैप हाँ, दुनिया दियां मुश्किलां वेले मैनू वो पर्बत चढ़ना नहीं आंदा, मैं औखियां घाटियां फेस नहीं कर सकदा, वो सब कुछ फेस कर पाना। पिंगल पर्बत पार परे खल चतुर कीता। मैं मूर्ख काउंट होंदा सी, हुण मैं मूर्ख नहीं रहा। खल चतुर कीता, सियाणा कर दिंदा। मैं मा साधु संग की सुनो मेरे मीता, मैल खोई कोट अग हरे, निर्मल भय चीता। मन निर्मल हो जाता है, चंगे गुण प्राप्त होने जो शुरू हो जाते हैं सत्संगत दे नाल। साडे अंदरले अते बाहरले अंग भी सुंदर होंदे जाते हैं, क्योंकि ये मन सुंदर अपना हो जाता है। विजडम का संग कंडिया तो बचना है। इसका मतलब दुनिया का कोई इंसान अगर धर्म लेता है तो उसका मतलब है वो कांटों से बचता है, अपने केले को फटने नहीं देता है। अगर केला बेरी के पास भी है तो वो गंदी हवा से झूलता नहीं है, लेकिन अगर वो झूले भी
तो वो अपनी सॉफ्टनेस नहीं छोड़ता है। साडी सॉफ्टनेस की है? नम्रता। साडी सॉफ्टनेस की है? वामथ, निग, प्यार, पाख्या पावो पार। जोड़ना है, तोड़ना नहीं है। टब्बरां नूं भी, लोकां नूं भी, पति पत्नी नूं भी लड़ाना नहीं है, प्यो पुत्तर नूं नहीं लड़ाना, भरा भरा नूं नहीं लड़ाना, लोकां नूं भी लाना है। लोकां नूं मिलांदे मिलांदे हिंदू मुसलमान सिख ईसाई जैनी बोधी एक पिता एक इसके हम बारक बनाना है। वी ऑल आर चिल्ड्रन ऑफ गॉड बनाना है। एनू रब्बी रंग कहंदे ने, राम रंग कहंदे ने, होली कीनी संत सेव कहंदे ने। सो असी चारों पासे वोनरेबल हाँ कि कंडे सानू सतानगे। असी अपनी नम्रता ना छड्डीए, असी अपना प्यार ना छड्डीए। सानू कंडियां दी कोई कुसंगत बॉदर नहीं कर सकती। अश्लील कपड़े पाण वाल जे मैं प्रेरित हुंदी हाँ, बीइंग ए फीमेल, अगर अश्लील कपड़े किसी दे भी देख के मैं प्रेरित होंदी हाँ, तो मानो मेरी जिंदगी दे केले दा पत्ता फट रहा है। जिसने अश्लील कपड़े पहन के मॉडल का काम किया, जिसने अश्लील कपड़ों को मैगजीन में छापा, जिसने अश्लील कपड़ों की वीडियो बनाई, जो मेरे चारों तरफ घूमते हैं, जो मेरे को किट्टी पार्टी में और दिन रात की ब्याह शादी पार्टी में अश्लीलता दिखाते हैं, ये सारे कंडे हैं। और अगर मैं मेल हूं, लड़का हूं, और मैं अश्लीलता देख के प्रेरित होता हूं, तो ये भी सारे कंडे हैं। और जितने कंडे हम खिला रहेंगे उतने हमारी हर दामनी की इज्जत स्टेक पे लग जाएगी, चाहे वो हमारी बहू बेटियां हों। इसलिए हमको सोचना है कि अश्लीलता फैलानी नहीं चाहिए। अश्लीलता को देख के अपना कंडे कंडे चुभवा के अपना केले का पत्ता फड़वाना नहीं चाहिए। जे मेरी बच्ची किसी दे अश्लील कपड़े वेख के प्रेरित होती है और जे वो कवे पापा पार्टी में भी मैंने ऐसे पहनने हैं, तब मानो ओदा जिंदगी दा सोचनी दा ढंग कंडिया ने पाड़ दिता। हुन कोई नहीं बचा सकता। अब दादा दादी, मम्मी पापा और धर्म अब कोई नहीं बचा सकता। कंडिया ने पाड़ दिता। केले निकट ज्यों बेर, चारों पासे बेरी दे कंडे। बच्चा कहे मैंने शराब पीनी है, बेरी दे कंडे। मुंडा कहे हमने दाज लेना है, बेरी दे कंडे। मम्मी पापा कहे हमारी ऊंची जात है, हम जात बरादरी में शादी करते हैं और मुंडे वाले हैं दाज लेंगे, बेरी दे कंडे। लोकां नूं वेख के ब्याह शादी वेले दाज वेले शराबा वरताना, बेरी दे कंडे। सो कंडियां तो करमी आवे कपड़ा दा असी मेहनत करनी है, उन्होंने उद्यम कहते हैं। सो जो साडा थॉट प्रोसैस है ए निर्मल फैब्रिक सी, अपनी जिंदगी अंदर मेहनत करनी है, चारों पास देखना है। उम्र दे जिंदगी दे हर पड़ाव मैनू मेरे टब्बर नू कित्थों कित्थों कंडे मेरा कपड़ा पाड़ते ने। रीजन लभने ने किस तरह कंडे जम सारा नुकसान करते ने। केड़ी हवा जो केले नू बेरी दे कोल जाती है, अनजाने च फट जाए गल होर होंदी है। मन जाने सब बात जानत ही अवगुण करे, काहे की कुशलात हाथ दी कुएं परे। असी सब कुछ जाणदियां होइयां भी अपने केले नू कंडे दे कोल जांदे हाँ, तां सानू पता नहीं लगता कदों साडा थॉट प्रोसैस क्रोधी बन जाता है, नफरत करन लग पैंदा है, ग्रुपबाजी करन लग पैंदा है, निंदक बन जाता है, निंदा सुन भी लैंदा है, निंदा करन भी लगता है, सच वेख के सच का साथ भी नहीं दिंदा, सच वास्ते आवाज़ भी नहीं उठांदा। साडा सारा वो केला फट जाता है। अनजाने फर्ज से फटे या वर्सिस जान बूझ के बावरे ते काज विगारियो। असी जान बूझ के कंडियां दे कोल जाते हाँ, क्योंकि कंडे सानू चंगे लगते ने, कंडे सानू प्रेरित करते ने,
ਕੰਡੇ ਮੈਨੂੰ ਮੇਰੇ ਸਹਿਜ ਸੁਭਾਅ ਤੋਂ ਦੂਰ ਲਿਜਾਂਦੇ ਨੇ, ਕੰਡੇ ਮੈਨੂੰ ਵਡਭਾਗਾ ਬਣਨ ਨਹੀਂ ਦਿੰਦੇ ਨੇ। ਕਰਮ ਕਾਂਡ, ਸੰਤ ਡੰਮ, ਵਰਲਡੀ ਪਦਾਰਥਾਂ ਦੀ ਭੁੱਖ, ਇਹ ਸਾਰੇ ਨੂੰ ਸਾਕਤ ਸੰਗ ਕਹਿੰਦੇ ਨੇ। ਮੈਂ ਲਿਮਿਟਿਡ ਸਮੇਂ ਅੰਦਰ ਤੁਹਾਡੇ ਨਾਲ ਸਾਂਝ ਕੀਤੀ ਹੈ ਕਿ ਜ਼ਿੰਦਗੀ ਦਾ ਸੋਚਣੀ ਦਾ ਢੰਗ ਦਾ ਜਿਹੜਾ ਕੱਪੜਾ ਤਾਨਾ ਪੇਟਾ ਵਾਲਾ ਹੁੰਦਾ ਨਾ, ਉਹਨੂੰ ਇਸ ਸ਼ਬਦ ਵਿੱਚ ਕੇਲਾ ਕਿਹਾ। ਕੇਲਾ ਅਣਜਾਣੇ ਵਿੱਚ ਝੂਲਦਾ ਹੈ, ਹਵਾ ਕਿਹੜੀ ਆਉਂਦੀ ਹੈ, ਝੂਲਣ ਦੇ ਕਾਰਨ ਬੇਰੀ ਕੱਟਦੀ ਹੈ। ਅਸੀਂ ਸਾਰਿਆਂ ਦੀ ਜ਼ਿੰਦਗੀ ਦੀਆਂ ਸਿਚੁਏਸ਼ਨਸ ਅਲੱਗ-ਅਲੱਗ ਨੇ। ਸਾਡਾ ਸਮਾਜ ਖਰਾਬ ਹੈ, ਉਹਦੇ ਅਸੀਂ ਸਾਰੇ ਸੇਮ ਵਿਕਟਿਮ ਹਾਂ। ਇਸ ਤਰੀਕੇ ਦੇ ਨਾਲ ਦੁਨੀਆ ਅਸੀਂ ਸੇਮ ਵਿਕਟਿਮ ਹਾਂ। ਲੇਕਿਨ ਈਚ ਇੰਡੀਵਿਜੂਅਲ ਦਾ ਥਾਟ ਪ੍ਰੋਸੈਸ ਕਿੱਥੋਂ ਖਰਾਬ ਹੁੰਦਾ ਹੈ, ਸਾਨੂੰ ਉਹ ਲੱਭਣਾ ਹੈ। ਜੇ ਉਹ ਨਹੀਂ ਲੱਭਦੇ ਹਾਂ ਤਾਂ ਅੱਜ ਕਬੀਰ ਸਾਹਿਬ ਸਾਨੂੰ ਕਹਿ ਰਹੇ ਨੇ, ਕੇਲੇ ਨਿਕਟ ਜਿਉ ਬੇ, ਕੇਲੇ ਨਿਕਟ ਜਿਉ ਬੇ, ਕਬੀਰ ਮਾਰੀ ਮਰੋ ਕੁਸੰਗਤੀ, ਮਾਰੀ ਮਰੋ ਕੇਲੇ ਨਿਕਟ ਜਿਉ ਬੇ, ਕੇਲੇ ਨਿਕਟ ਜਿਉ ਬੇ, ਓ ਝੂਲੇ ਓ ਚੀਰੀਏ, ਓ ਝੂਲੇ ਸੰਗ ਨਾਹੇ, ਸਾਖਤ ਸੰਗ, ਸਾਖਤ ਸੰਗ ਨਾਹੇ, ਕੇਲੇ ਨਿਕਟ ਜਿਉ ਬੇ, ਕੇਲੇ ਨਿਕਟ ਜਿਉ, ਕੇਲੇ ਨਿਕਟ ਜਿਉ, ਕੇਲੇ ਨਿਕਟ ਜਿਉ ਬੇ। ਸੋ ਕਬੀਰ ਸਾਹਿਬ ਕਹਿੰਦੇ ਨੇ, ਉਹ ਝੂਲੇ ਉਹ ਚੀਰੀਏ, ਸਾਕਤ ਸੰਗ ਨਾ ਹੀਰ। ਹੀਰ ਦਾ ਮਤਲਬ ਹੁੰਦਾ ਸੋਚ ਵੀ ਨਾ, ਮਨ ਦੀਆਂ ਅੱਖਾਂ ਦੇ ਨਾਲ ਵੀ ਨਾ ਦੇਖ, ਇਹਨਾਂ ਅੱਖਾਂ ਦੇ ਨਾਲ ਦੇਖਣ ਦੀ ਵੀ ਕੋਸ਼ਿਸ਼ ਨਾ ਕਰ। ਕਾਲਖ ਦੇ ਨੇੜੇ ਜਾਏਗਾ ਮਨ ਕਾਲਾ ਹੋ ਜਾਏਗਾ। ਕਬੀਰ ਸਾਕਤ ਸੰਗ ਨੇ ਕੀਜੀਏ ਦੂਰ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤੌ ਕਿਛ ਲਾਗੇ ਦਾਗ। ਤੈਨੂੰ ਮਨ ਦੀਆਂ ਅੱਖਾਂ, ਇਹ ਵਾਲੀਆਂ ਅੱਖਾਂ, ਕੰਨ ਦੀਆਂ, ਜ਼ੁਬਾਨ ਦੀਆਂ, ਇਹ ਸਾਰੀਆਂ ਨੂੰ ਬਚਾ ਕੇ ਰੱਖਣਾ ਹੈ। ਕਿਧਰੇ ਪਤਾ ਹੀ ਨਹੀਂ ਲੱਗੇਗਾ ਕੌਣ ਤੇਰੇ ਕੇਲੇ ਨੂੰ ਪਾੜ ਜਾਏਗਾ। ਤੇਰਾ ਜ਼ਿੰਦਗੀ ਦਾ ਥਾਟ ਪ੍ਰੋਸੈਸ ਕੁਸੰਗਤ ਵਾਲਾ ਹੋ ਜਾਏਗਾ। ਇਸ ਕਰਕੇ ਜਿਨ੍ਹਾਂ ਦਿਸੰਦਣਿਆ ਦੁਰਮਤ ਵੰਜੈ, ਮਿੱਤਰ ਸਾਡੜ ਸਹੀ। ਉਹਨਾਂ ਨਾਲ ਮਨ ਦੀ ਸਾਂਝ ਬਣਾਉਣੀ ਹੈ, ਉਹਨਾਂ ਦਾ ਸੰਗ ਕਰਨਾ ਹੈ, ਉਹਨਾਂ ਦਾ ਸੰਗ ਲੱਭਣਾ ਹੈ, ਤਾਂ ਕਿ ਮੇਰੇ ਕੇਲੇ ਨੂੰ ਚਾਰੋਂ ਪਾਸੇ ਕੰਡੇ ਮੰਦੀ ਹਵਾ ਦੇ ਨਾਲ ਝੁਲਾ ਕੇ ਵੀ ਪਾੜ ਨਾ ਸਕਣ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ जी की फतेह। मैं वीर जी को पूछना चाहना भी कोई कंडिया की इंपॉर्टेंस है साडे जीवन में, जो इन्ने संसार में है, वो साडे वास्ते कोई इंपॉर्टेंस भी रखते हैं या एवं? हाँ जी, जो कायनात के अंदर बेरी लगी है, कंडे लगे ने, गुलाब के कंडे लगे ने, एक कुदरत के अपने नियम सिस्टम में लगे हुए हैं, उन्हों का अपना कोई रोल है। ਉਹਨੂੰ ਅਸੀਂ ਨੈਗੇਟਿਵ ਨਹੀਂ ਕਹਿ ਸਕਦੇ। ਅੱਜ ਦੇ ਟੌਪਿਕ ਵਿੱਚ ਅਸੀਂ ਸਮਝਣਾ ਮੇਰੀ ਜ਼ਿੰਦਗੀ ਵਿੱਚ ਕੰਡੇ ਨੁਕਸਾਨ ਕੀ ਕਰਦੇ ਨੇ। ਇਹ ਉਹ ਵਾਲੇ ਕੰਡੇ ਨਹੀਂ ਨੇ ਜਿਹੜੇ ਉਸ ਪੇੜ 'ਤੇ ਉੱਗੇ ਹੋਏ ਨੇ। ਇਹ ਨੈਗੇਟਿਵ ਥਾਟ ਪ੍ਰੋਸੈਸ ਦੇ ਕੰਡਿਆਂ ਦੀ ਗੱਲ ਚੱਲ ਰਹੀ ਹੈ। ਪਰ ਜਿਹੜੇ ਸਾਡੇ ਚਾਰੋਂ ਪਾਸੇ, ਮੇਰੇ ਸਾਹਮਣੇ ਕੋਈ ਮਨੁੱਖ ਕ੍ਰੋਧ ਕਰਦਾ ਹੈ, ਕੋਈ ਮਨੁੱਖ ਨਿੰਦਾ ਕਰਦਾ ਹੈ, ਕੋਈ ਮਨੁੱਖ ਵਿਤਕਰਾ ਕਰਦਾ ਹੈ, ਕੋਈ ਮਨੁੱਖ ਜਾਤ ਪਾਤ ਕਰਦਾ ਹੈ, ਕੋਈ ਮਨੁੱਖ ਅਸ਼ਲੀਲਤਾ ਫੈਲਾਉਂਦਾ ਹੈ, ਇਹ ਸਾਰੇ ਮੇਰੇ ਵਾਸਤੇ ਕੰਡੇ ਹਨ। ਤਾਂ ਇਹਨਾਂ ਦਾ ਰੋਲ ਮੇਰੇ ਜੀਵਨ ਵਿੱਚ ਪਤਾ ਕੀ ਹੈ?
ਕਿ ਜੋ ਇਹ ਕੰਮ ਕਰ ਰਹੇ ਨੇ ਸਮਾਜ ਦਾ ਫੈਬਰਿਕ ਖਰਾਬ ਕਰਨ ਵਾਸਤੇ, ਇਹ ਵਾਲਾ ਕੰਮ ਮੈਂ ਨਹੀਂ ਕਰਨਾ। ਇਹਦਾ ਮਤਲਬ ਕੰਡਿਆਂ ਦੀ ਮੌਜੂਦਗੀ ਮੈਨੂੰ ਅਵੇਅਰ ਕਰਾਉਂਦੀ ਹੈ, ਕੰਡਿਆਂ ਦੀ ਮੌਜੂਦਗੀ ਮੈਨੂੰ ਪਕਾਉਂਦੀ ਹੈ, ਕੰਡਿਆਂ ਦੀ ਮੌਜੂਦਗੀ ਮੈਨੂੰ ਸਮਝਾਉਂਦੀ ਹੈ ਕਿ ਗੰਦੀ ਹਵਾ ਵੇਲੇ ਕੰਡਿਆਂ ਤੋਂ ਬਚ ਕੇ ਕਿਵੇਂ ਰਹਿਣਾ। ਇਹਦਾ ਮਤਲਬ ਉਹਨਾਂ ਦਾ ਬੜਾ ਵੱਡਾ ਰੋਲ ਹੈ। ਇਹਦਾ ਮਤਲਬ ਹੈ ਕਿ ਜੋ ਕੰਡੇ ਹਨ ਉਹ ਸਾਡੇ ਟੀਚਰ ਵੀ ਹੈ, ਟੀਚ ਵੀ ਕਰਨ। ਹਾਂ, ਸਾਡੇ ਤੇ ਡਿਪੈਂਡ ਕਰਦਾ ਅਸੀਂ ਉੱਥੋਂ ਕਿੱਥੋਂ ਕਿਸ ਤਰ੍ਹਾਂ ਅਕਲ ਲੈਣੀ ਹੈ। ਵਾਹ ਜੀ ਵਾਹ, ਇਹਨੂੰ ਹੀ ਮਿਸਟਿਸਿਜ਼ਮ ਕਹਿੰਦੇ ਨੇ ਨਾ, ਮਿਸਟਿਕ ਹੋਣਾ। ਦੇ ਆਰ ਗੁੱਡ ਟੀਚਰਸ, they are also good teachers. Learners. It is up to us how I learn through them. Thanks for sharing.